ਈਸ਼ਹ ਮਿਲ ਸਿੰਘ ਕੈ ਚਿਰ ਤਉ ਆਈ, ਭਈ ਸੋਮ ਜੋ ਸਿੰਘਨ ਬਤਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸੰਗਤ ਜੀਓ ਵਡਭਾਗੇ ਹੋ। ਸਾਹਿਬਾਂ ਦੀ ਗੋਦ ਆਪ ਜੀ ਨੂੰ ਪ੍ਰਾਪਤ ਹੋ ਰਹੀ ਹੈ। ਗੁਰੂ ਸਵਾਰਿਆਂ ਪਾਸੋਂ ਰੱਬੀ ਬਾਣੀ ਦਾ ਆਨੰਦਮਈ ਕੀਰਤਨ ਨਿਰਮੋਲਕ ਹੀਰਾ ਆਨੰਦ ਪੁਨੀ ਗਹੀਰਾ। ਐਸਾ ਕੀਰਤਨ ਕਰਮਨ ਮੇਰੇ ਇਹਾਂ ਉਹਾਂ ਜੋ ਕੰਮ ਤੇਰੇ। ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਹਰ ਕੀ ਅਕਥ ਕਥਾ ਕਿਛ ਕਹਿਣ ਨਾ ਜਾਈ। ਇਤਿਹਾਸ 18ਵੀਂ ਸਦੀ ਦਾ ਰਤਨ ਸਿੰਘ ਜੀ ਭੰਗੋ ਪ੍ਰਾਚੀਨ ਪੰਥ ਪ੍ਰਕਾਸ਼। ਇਹ ਗਾਥਾ ਆਪ ਜੀ ਇਤਿਹਾਸ ਦੀ ਸਰਵਣ ਕਰਦੇ ਆ ਰਹੇ ਹੋ। ਆਪ ਜੀ ਨੇ ਦੇਖਣਾ ਕੀਤਾ ਹੈ ਕਿ ਪਟਿਆਲੇ ਵਿੱਚ ਸਿੰਘ ਜਿਹੜੇ ਨੇ ਮਾਲਵੇ ਦੀ ਧਰਤੀ ਤੇ ਜਿਹੜੇ ਨੇ ਵਸਣਾ ਕੀਤਾ ਗੁਰਮਤਾ ਹੋਇਆ ਕਿ ਜਿਹੜਾ ਹੈ ਨਜੀਬ ਖਾਨ ਰਹੋਲੇ ਨੂੰ ਜਿਹੜਾ ਹੈ ਲੁੱਟ ਲਿਆ ਜਾਵੇ। ਇੱਥੇ ਤਾਰਾ ਸਿੰਘ ਜੀ ਜਥੇਦਾਰ ਹੈ। ਸਰਦਾਰ ਮਿੱਤ ਸਿੰਘ ਜੀ ਨੇ ਹੱਲਾ ਬੋਲਣਾ ਹੈ। ਸਿਆਣੇ ਨੇ ਸਿੱਖਿਆ ਦਿੱਤੀ। ਮਿੱਤ ਸਿੰਘ ਜਿਹੜਾ ਸੀ ਜਿੱਦਲ ਸੀ, ਉਹਨੇ 10,000 ਦੀ ਫੌਜ ਲੈ ਕਰਕੇ ਜਮਨਾ ਪਾਰ ਨਜੀਬ ਖਾਨ ਰਹੇਲੇ ਦੇ ਉੱਤੇ ਬੜਾ ਵੱਡਾ ਭਾਰੀ ਹਮਲਾ ਕੀਤਾ। ਤਕਰੀਬਨ 10 ਦਿਨ ਜਿਹੜੀ ਹੈ ਲੁੱਟ ਜਿਹੜੀ ਹੈ ਮਚਾਉਂਦਾ ਰਿਹਾ। ਬਹੁਤ ਸਮਿਆਨਾ ਜਿਹੜਾ ਹੈ ਉਹ ਇਕੱਠਾ ਕਰ ਲਿਆ। ਘੋੜਿਆਂ ਦੀਆਂ ਕਾਠੀਆਂ ਤੇ ਲੱਦ ਲਿਆ, ਗੱਡਿਆਂ ਤੇ ਲੱਦ ਲਿਆ। ਜਿਹੜਾ ਬਚ ਗਿਆ ਉਹ ਆਪਣੇ ਸਿਪੇ ਸਲਾਰਾਂ ਨੂੰ ਨਾਲ ਲੈ ਕੇ ਉਹਨਾਂ ਦੇ ਪਿੱਠਾਂ ਦੇ ਉੱਤੇ ਵੀ ਜਿਹੜਾ ਸੀ ਲੱਦ ਲਿਆ ਸੀ। ਪਰ ਦੂਜੇ ਪਾਸੇ ਲਾਹੌਰੋਂ ਅਬਦਾਲੀ ਦੂਰ ਨਹੀਂ ਸੀ। ਨਜੀਬ ਖਾਨ ਰਹੇਲੇ ਨੇ ਚਿੱਠੀ ਭੇਜ ਕਰਕੇ ਉਹ ਅਬਦਾਲੀ ਨੂੰ ਵੀ ਬੁਲਾ ਲਿਆ ਤੇ ਅਚਨਚੇਤ ਸਵੇਰ ਚੜ੍ਹਦਿਆਂ ਸਾਰ ਹੀ ਜਦੋਂ ਅਬਦਾਲੀ ਦੀਆਂ ਫੌਜਾਂ ਨੇ ਹਮਲਾ ਕੀਤਾ ਤੇ ਇਹਨਾਂ ਦੇ ਕੋਲ ਉਸ ਟਾਈਮ ਇੰਨਾ ਵਕਤ ਹੀ ਨਾ ਮਿਲਿਆ ਕਿ ਇਹ ਅਬਦਾਲੀ ਦੀਆਂ ਫੌਜਾਂ ਦਾ ਜਿਹੜਾ ਹੈ ਉਹ ਮੁਕਾਬਲਾ ਕਰ ਸਕਣ। ਇੱਕ ਹਿਸਾਬ ਦੇ ਨਿਹੱਥਿਆਂ ਦੇ ਉੱਤੇ ਜਿਹੜਾ ਸੀ ਉਹ ਵਾਰ ਹੋ ਗਿਆ ਸੀ। ਪਰ ਮਨ ਦੇ ਵਿੱਚ ਬਾਬਾ ਮਿੱਤ ਸਿੰਘ ਜੀ ਬਜ਼ੁਰਗ ਦਾ ਕਿਹਾ ਹੋਇਆ ਬਚਨ ਜਿਹੜੇ ਸਨ ਕਿ ਤਾਰਾ ਸਿੰਘ ਜੀ ਹੋਰਾਂ ਨੇ ਮੈਨੂੰ ਕੋਈ ਸਿੱਖਿਆ ਦਿੱਤੀ ਸੀ, ਉਹ ਸੋਚ ਰਹੇ ਨੇ ਤੇ ਉਸ ਸਮੇਂ ਨੂੰ ਯਾਦ ਕਰਦੇ ਨੇ ਕਿ ਸ਼ਾਇਦ ਕਿਤੇ ਮੈਂ ਉਹ ਜਿਹੜਾ ਹੈ ਬਚਨ ਮੰਨ ਲੈਂਦਾ ਤੇ ਇੱਦਾਂ ਹੋਣਾ ਜਿਹੜਾ ਹੈ ਉਹ ਨਾ ਹੁੰਦਾ। ਆਓ ਅੱਗੇ ਗਾਥਾ ਕਿਸ ਤਰ੍ਹਾਂ ਚੱਲਦੀ ਹੈ ਕਰੀਏ ਸਰਵਨ। ਆਖਣਾ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ। ਫਿਰ ਕਰੋ ਕਿਰਪਾ ਕੋ ਸਤਨਾਮ ਸ੍ਰੀ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਿੱਤ ਸਿੰਘ ਕੈ ਚਿਰ ਤਉ ਆਈ। ਉਸ ਸਮੇਂ ਭਾਈ ਮਿੱਤ ਸਿੰਘ ਜੀ ਦੇ ਮਨ ਦੇ ਵਿੱਚ ਇਸ ਤਰ੍ਹਾਂ ਬਾਤ ਆਈ ਹੈ ਜੀ। ਭਈ ਸੋਮ ਜੋ ਸਿੰਘਨ ਬਤਾਈ। ਜਿਹੜੀ ਤਾਰਾ ਸਿੰਘ ਹੋਣਾ ਨੇ ਕਹੀ ਸੀ ਨਾ ਗੱਲ ਕਿ ਗਿੱਦੜ ਦਾ ਸ਼ਿਕਾਰ ਕਰਨ ਜਾਈਏ ਤੇ ਸ਼ੇਰ ਜਿੰਨਾ ਜਿਹੜਾ ਹੈ ਸਮਿਆਨਾ ਨਾਲ ਰੱਖਣਾ ਚਾਹੀਦਾ ਹੈ ਮੁਕਾਬਲੇ ਵਾਸਤੇ। ਉਹ ਗੱਲ ਬਜ਼ੁਰਗ ਦੀ ਕਹੀ ਹੋਈ ਚੇਤੇ ਆ ਰਹੀ ਹੈ। ਨਾਲ ਸੋਚਦਾ ਹੈ ਕਿ ਜੇ ਵਾਪਸ ਭੱਜਦੇ ਹਾਂ ਤੇ ਸ਼ਰਮਿੰਦਗੀ ਹੈ। ਤਾਰਾ ਸਿੰਘ ਨੇ ਕਿਹਾ ਸੀ ਸਿੰਘਾਂ ਨੂੰ ਸ਼ਹੀਦ ਨਾ ਕਰਾ ਦੀ, ਕਿਤੇ ਆਪੂ ਜਿਹੜਾ ਹੈ ਪੁੱਠੇ ਪੈਰੀ ਮੁੜਨਾ ਆਈ। ਇਸ ਕਰਕੇ ਹੁਣ ਜਿਹੜਾ ਮਨ ਦਾ ਚਾਉ ਹੈ ਉਹ ਇਹ ਹੈ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ। ਹੁਣ ਇਹ ਬਾਰ-ਬਾਰ ਜਿਹੜਾ ਹੈ ਉਹ ਜ਼ਾਲਮਾਂ ਦੇ ਨਾਲ ਲੋਹਾ ਲੈਂਦਾ ਹੈ ਜੀ। ਫੌਜਾਂ ਭਾਰੀ ਸਨ ਅਬਦਾਲੀ ਦੀਆਂ। ਇਸ ਕਰਕੇ ਉਹਨਾਂ ਫੌਜਾਂ ਨੇ ਥੋੜੇ ਸਿੰਘਾਂ ਨੂੰ ਵਾਰੇ ਕਿੱਥੇ ਆਉਣ ਦਿੱਤਾ। ਇਸੇ ਹੀ ਦੌਰਾਨ ਮਿੱਤ ਸਿੰਘ ਜੀ ਦੇ ਘੋੜੇ ਨੂੰ ਜਿਹੜੀ ਹੈ ਗੋਲੀ ਲੱਗਣੀ ਕੀਤੀ ਹੈ ਜੀ ਤੇ ਉਹਨਾਂ ਦਾ ਪੈਰ ਰਕਾਬ ਦੇ ਵਿੱਚ ਫਸ ਜਾਣ ਕਰਕੇ ਘੋੜੇ ਤੋਂ ਹੇਠਾਂ ਡਿੱਗ ਗਏ ਹਨ।
ਘੋੜਿਆਂ ਦੇ ਉੱਤੇ ਸਮਿਆਨਾ ਨਹੀਂ ਸੀ ਲੱਦਿਆ ਹੋਇਆ, ਭਾਵ ਇਕੱਲੇ ਹੀ ਘੋੜਿਆਂ ਦੇ ਉੱਤੇ ਸਨ। ਉਹ ਸੂਰਮੇ ਜਿਹੜੇ ਸਨ ਨਾ, ਉਹ ਜਿਹੜਾ ਹੈ ਆਪਣਾ ਸਮਾਂ ਦੇਖਦਿਆਂ ਹੋਇਆਂ ਉੱਥੋਂ ਭੱਜ ਪਏ ਹਨ ਜੀ। ਲਰਤ ਭਜਤ ਕਰ ਲਰਤ ਪੰਜੇ ਛੇ ਮੁਏ ਹਜ਼ਾਰ। ਲਰਤ ਭਜਤ ਫਿਰ ਲਰਤ 5-6 ਮੂਏ ਹਜ਼ਾਰ। ਇਸ ਪ੍ਰਕਾਰ ਇਸ ਮੇਰਠ ਮਥੁਰਾ ਗੰਗਾ ਦੀ ਲੜਾਈ ਦੇ ਅੰਦਰ ਇਸ ਤਰ੍ਹਾਂ ਭਿਆਨਕ ਜਦੋਂ ਸਿੰਘਾਂ ਦਾ ਮੁਕਾਬਲਾ ਹੁੰਦਾ ਹੈ ਤੇ ਅਬਦਾਲੀ ਦੀਆਂ ਫੌਜਾਂ ਭਾਰੀਆਂ ਹੋਣ ਕਰਕੇ ਤਕਰੀਬਨ 5 ਤੋਂ 6 ਹਜ਼ਾਰ ਗਿਣਤੀ ਆਈ ਹੈ। ਸਿੰਘ ਇੱਥੇ ਪਿਆਰਿਓ ਸ਼ਹੀਦ ਹੋ ਗਿਆ। ਮੁਕਤ ਪਤੈ ਜੋ ਕਾਬਲੀ ਆਈ। ਦੂਜੇ ਪਾਸੇ ਜਹਾਨ ਖਾਨ ਸੋਚਦਾ ਹੈ ਕਿ ਕਾਬਲੀਆਂ ਦੇ ਹੱਥ ਜਿਹੜੀ ਹੈ ਉਹ ਮੁਫਤ ਦੇ ਵਿੱਚ ਜਿਹੜੀ ਹੈ ਫਤਿਹ ਮਿਲ ਗਈ। ਤੇ ਹੋਇਆ ਵੀ ਇੱਦਾਂ ਹੈ, ਜੇ ਕਿਤੇ 2 ਹੱਥ ਕਰਨੇ ਪੈ ਜਾਂਦੇ ਸਿੰਘਾਂ ਦੇ ਨਾਲ ਫਿਰ ਫਤਿਹ ਥੋੜਾ ਹੋਣ ਦੇਣਾ ਸੀ ਸਿੰਘਾਂ। ਇਹ ਤੇ ਬਜ਼ੁਰਗ ਦੀ ਕਹੀ ਹੋਈ ਗੱਲ ਜਿਹੜੀ ਹੈ ਉਹ ਤੋਂ ਸੰਕੋਚ ਕਰ ਗਏ ਤੇ ਮਨ ਜਿਹੜਾ ਸੀ ਉਹ ਸਿਰਫ ਲੁੱਟਮਾਰ ਵੱਲ ਹੀ ਲੱਗਾ ਰਿਹਾ ਕਿ ਖਰਚਾ ਪਾਣੀ ਇਕੱਠਾ ਕਰਨਾ ਹੈ। ਦੁਸ਼ਮਣ ਦਾ ਜਿਹੜਾ ਸੀ ਉਹ ਪਰਵਾਹ ਨਾ ਕੀਤੀ ਕਿ ਦੁਸ਼ਮਣ ਹੋਰ ਪਾਸਿਓਂ ਵੀ ਪੈ ਸਕਦਾ ਹੈ। ਇਸ ਕਰਕੇ ਇਹਨਾਂ ਕਾਬਲੀਆਂ ਦੇ ਹੱਥ, ਗਿਲਜਿਆਂ ਦੇ ਹੱਥ ਇਹ ਫਤਿਹ ਲੱਗੀ ਹੈ। ਜਹਾਨ ਖਾਨ ਫੌਜਦਾਰ ਕਹਾਈ। ਉਸ ਸਮੇਂ ਜਹਾਨ ਖਾਨ ਜਿਹੜਾ ਸੀ ਨਾ ਫੌਜਦਾਰ ਕਹਾਉਂਦਾ ਹੈ ਆਪਣੇ ਆਪ ਨੂੰ। ਉਨਸਰ ਸਿੰਘ ਨੇ ਕਹਿ ਜੋਰ ਕਟਾਈ। ਪਿਆਰ ਨਾਲ ਸਤਨਾਮ ਸ੍ਰੀ 6000 ਸਿੰਘ ਸ਼ਹੀਦ ਹੋਇਆ ਤੇ ਉਹਨਾਂ 6000 ਸਿੰਘਾਂ ਦੇ ਸਿਰ ਜਿਹੜੇ ਸੀ ਕੱਟ ਦਿੱਤੇ ਗਏ, ਧੜ ਵੱਖਰੇ ਸਿਰ ਵੱਖਰੇ ਕਰ ਦਿੱਤੇ। ਉਹਦਾ ਕਾਰਨ ਇਹ ਸੀ ਕਿ ਲਾਹੌਰ ਜਾ ਕਰਕੇ ਸ਼ਾਹੀ ਦਰਬਾਰ ਦੇ ਵਿੱਚ ਇੱਕ ਸਿਰ ਦਾ ਮੁੱਲ ਜਿਹੜਾ ਸੀ 80 ਰੁਪਏ ਪੈਂਦਾ ਸੀ। ਪਿਆਰ ਨਾਲ ਆਖੋ ਸਤਨਾਮ। ਤੇ ਜਦੋਂ ਹੁਣ ਆਪਾਂ 80 ਨੂੰ 6000 ਦੇ ਨਾਲ ਗੁਣਾ ਕਰਦੇ ਹਾਂ, ਮਲਟੀਪਲਾਈ ਕਰਦੇ ਹਾਂ, 4 ਲੱਖ ਤੋਂ ਉੱਪਰ ਦਾ ਪੈਸਾ ਜਿਹੜਾ ਹੈ ਉਹ ਬਣ ਜਾਂਦਾ ਹੈ। ਇਹ ਇਸ ਮੁਲਤਵੇ ਦੇ ਨਾਲ ਜਹਾਨ ਖਾਨ ਨੇ ਇਕੱਲਾ ਸ਼ਹੀਦ ਹੀ ਨਹੀਂ ਕੀਤੇ, ਬਾਅਦ ਚੋਂ ਸਿੰਘਾਂ ਦੇ ਪਿਆਰਿਓ ਸਿਰ ਜਿਹੜੇ ਸਨ 6000 ਸਿੰਘਾਂ ਦੇ ਸਿਰ ਉਹ ਕੱਟ ਲਏ, ਭਾਵ ਧੜ ਵੱਖਰੇ ਕਰਤੇ, ਸਿਰ ਵੱਖਰੇ ਕਰ ਦਿੱਤੇ ਹੈ। 18 ਗੱਡੇ ਨਜ਼ੀਬੇ ਲਦਵਾਏ। ਤੇ ਇਹਨਾਂ ਸਿਰਾਂ ਨੂੰ ਜਦੋਂ ਲੱਦਿਆ ਗਿਆ ਨਾ ਤੇ ਉਦੋਂ 18 ਗੱਡਿਆਂ ਦੀ ਗਿਣਤੀ ਬਣ ਗਈ। ਤੇ ਤੁਸੀਂ ਦੇਖੋ ਪੁਰਾਣੇ ਸਮਿਆਂ 'ਚ ਗੱਡੇ ਕਿੱਡੇ ਕਿੱਡੇ ਵੱਡੇ ਹੁੰਦੇ ਸਨ ਜਦੋਂ ਸਮਿਆਨਾ ਲੱਦਣਾ ਹੁੰਦਾ ਸੀ, ਕਿਉਂਕਿ ਸਾਧਨ ਹੀ ਉਹੀ ਸਨ ਸਾਡੇ ਕੋਲ ਉਹਨਾਂ ਸਮਿਆਂ 'ਚ। ਇਸ ਪ੍ਰਕਾਰ ਆਂਦੇ ਰਤਨ ਸਿੰਘ ਜੀ ਭੰਗੂ ਕਿ ਸਿੰਘਾਂ ਦੇ ਜਦੋਂ ਸਿਰ ਕੱਟ ਲਏ ਗਏ, 80 ਰੁਪਏ ਦਾ ਇੱਕ ਸਿਰ ਵਿਕਣਾ ਹੈ ਲਾਹੌਰ ਦੀ ਧਰਤੀ ਤੇ ਅਬਦਾਲੀ ਦੇ ਪਾਸ, ਕਿਉਂਕਿ ਤੁਰਕ ਨੂੰ ਖੁਸ਼ ਕਰਨਾ ਹੈ ਜਹਾਨ ਖਾਨ ਨੇ। ਤੇ ਉੱਥੇ 18 ਗੱਡੇ ਸਿਰਾਂ ਦੇ ਜਿਹੜੇ ਸਨ ਉਹ ਭਰ ਗਏ। ਜਦੋਂ ਉੱਥੋਂ ਤੁਰੇ ਤੇ ਤੁਰ ਕਰਕੇ ਘੱਗਰ ਦਰਿਆ ਦੇ ਪਾਸ ਆਏ। ਉੱਥੇ ਇੱਕ ਘੱਗਰ ਸਰਾਂ ਹੈ, ਧਿਆਨ ਦੇਣਾ। ਜਦੋਂ ਤੁਸੀਂ ਅੰਬਾਲੇ ਤੋਂ ਰਾਜਪੁਰੇ ਨੂੰ ਆਓਗੇ, ਉੱਥੇ ਰਾਹ ਦੇ ਵਿੱਚ ਘੱਗਰ ਨਦੀ ਜਿਹੜੀ ਹੈ ਉਹ ਪੈਂਦੀ ਹੈ। ਇਸੇ ਹੀ ਨਦੀ ਦੇ ਉੱਤੇ ਇੱਕ ਸਰਾਂ ਹੈ ਜਿਹਨੂੰ ਘੱਗਰ ਸਰਾਂ ਵੀ ਕਿਹਾ ਜਾਂਦਾ ਸੀ, ਮੁਗਲ ਸਰਾਂ ਵੀ ਕਿਹਾ ਜਾਂਦਾ ਸੀ, ਕਿਉਂਕਿ ਲਾਹੌਰ ਤੋਂ ਦਿੱਲੀ ਤੱਕ ਜਾਣ ਵਾਸਤੇ ਜਿੱਥੇ ਸਰਹੰਦ ਰੁਕਿਆ ਜਾਂਦਾ ਸੀ, ਜ਼ਿਆਦਾਤਰ ਜਾ ਕਰਕੇ ਘੱਗਰ ਦੇ ਕਿਨਾਰੇ ਮੁਗਲ ਸਰਾਂ ਹੈ। ਸਰਾਂ ਸੀ, ਜੇ ਮੁਗਲਾਂ ਦਾ ਵਾਸਾ ਸੀ ਤੇ ਮੁਗਲ ਸਰਾਂ ਕਹਾਉਂਦੀ ਸੀ, ਜੇ ਕਿਸੇ ਹੋਰ ਦੇ ਕਬਜ਼ੇ 'ਚ ਆ ਜਾਂਦੀ ਤੇ ਉਸੇ ਨਾਮ ਨਾਲ ਤਜਵੀਜ਼ ਦੇ ਦਿੱਤਾ ਜਾਂਦਾ ਸੀ। ਇਹ ਉੱਥੇ ਜਿਹੜੇ ਹਨ ਰੁਕਣਾ ਕਰਦੇ ਹਨ। ਇਹ ਅੰਬਾਲੇ ਤੋਂ ਰਾਜਪੁਰੇ ਨੂੰ ਆਉਂਦਿਆਂ ਜਿਹੜੀ ਹੈ ਉਹ ਸੱਜੇ ਹੱਥ 5 ਕਿਲੋਮੀਟਰ ਪੈਂਦੀ ਹੈ ਜੀ। ਦੂਜੇ
ਪਾਸੇ ਪਟਿਆਲੇ ਦੇ ਵਿੱਚ ਬਾਬਾ ਆਲਾ ਸਿੰਘ ਜੀ, ਜੱਸਾ ਸਿੰਘ ਆਲੂਵਾਲੀਆ, ਤਾਰਾ ਸਿੰਘ ਜੀ, ਜਦੋਂ ਉਹਨਾਂ ਨੂੰ ਪਤਾ ਲੱਗਾ ਨਾ ਕਿ ਸਾਡਾ ਸਰਦਾਰ ਮਿੱਤ ਸਿੰਘ ਨਜੀਬ ਖਾਨ ਰੋਹੇਲੇ ਦੇ ਨਾਲ, ਅਬਦਾਲੀ ਦੀਆਂ ਫੌਜਾਂ ਦੇ ਨਾਲ ਦੋ ਹੱਥ ਕਰਦਿਆਂ ਸ਼ਹੀਦ ਹੋ ਗਿਆ, ਤੇ ਅੰਬਾਲੇ ਦੇ ਲਾਗੇ ਜਦੋਂ ਆਪਾਂ ਰਾਜਪੁਰੇ ਨੂੰ ਆਉਂਦੇ ਹਾਂ, ਸ਼ੰਭੂ ਬਾਰਡਰ ਦੇ ਨਾਲ ਇਹ ਇਲਾਕਾ ਪੈਂਦਾ ਹੈ, ਉੱਥੇ ਜਿਹੜਾ ਹੈ ਜਹਾਨ ਖਾਨ ਨੇ ਆਪਣਾ ਜਿਹੜਾ ਹੈ ਰੁਕਣ ਵਾਸਤੇ ਟਿਕਾਣਾ ਕੀਤਾ ਹੈ। ਤੇ ਹੁਣ ਸਿੰਘਾਂ ਨੇ ਕਿਹਾ ਹੈ, ਮਤਾ ਪਕਾ ਲਿਆ ਕਿ ਹੁਣ ਜਹਾਨ ਖਾਨ ਨੂੰ ਜਿਹੜਾ ਹੈ ਇੱਥੋਂ ਜਿਹੜਾ ਹੈ ਵਾਪਸ ਨਹੀਂ ਜਾਣ ਦੇਣਾ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸ ਤਰ੍ਹਾਂ ਸਿੰਘ ਮਤਾ ਪਕਾਉਂਦੇ ਹਨ ਜੀ। ਤੇ ਜਦੋਂ ਇੱਧਰ ਜਹਾਨ ਖਾਨ ਨੂੰ ਪਤਾ ਲੱਗਾ ਕਿ ਬਾਬੇ ਚੜ੍ਹ ਆਏ ਨੇ, ਤੇ ਬੜਾ ਦਿਮਾਗੀ ਬੰਦਾ ਸੀ, ਹੁਣ ਇਹਨੇ ਸੋਚਿਆ ਹੁਣ ਪੈਸੇ ਦੀ ਲੋੜ ਨਹੀਂ, ਹੁਣ ਜਾਨ ਦੀ ਲੋੜ ਹੈ। ਇਸ ਕਰਕੇ ਨੇ ਉਹ ਭਰੇ ਗੱਡੇ ਜਿਹੜੇ ਨਾ ਉੱਥੇ ਹੀ ਛੱਡ ਦਿੱਤੇ ਤੇ ਆਪੂ ਗਾਂ ਲਾਹੌਰ ਵੱਲ ਨੂੰ ਤੁਰਿਆ ਹੈ ਜੀ। ਗੱਡੇ ਦਿਆਂ ਵਿੱਚੋਂ ਉਹ ਸਿਰ ਇਹਨੇ ਸੁੱਟ ਦਿੱਤੇ ਬਾਹਰ, ਤੇ ਗੱਡੇ ਵੀ ਅਗਾਂਹ ਪਿਛਾਂ ਜਿਹੜੇ ਕਰ ਦਿੱਤੇ ਹਨ। ਆਂਦੇ ਬਾਬਾ ਮਿੱਤ ਸਿੰਘ ਜੀ ਦੇ ਨਾਲ ਇਸੇ ਹੀ ਦਲ ਦੇ ਅੰਦਰ ਜਿਹੜੀ ਆਲਾ ਸਿੰਘ ਮਿਸਲ ਚੱਲੀ, ਉਸੇ ਮਿਸਲ ਦੇ ਵਿੱਚ ਬਾਬਾ ਮਿੱਤ ਸਿੰਘ ਜੀ ਜਿਹੜੇ ਹੁਣ ਸ਼ਹੀਦ ਹੋ ਚੁੱਕੇ ਸਨ, ਉਹਨਾਂ ਦੇ ਦੋ ਭਤੀਜੇ ਸਨ ਜੀ। ਇੱਕ ਦਾ ਨਾਮ ਭਾਗ ਸਿੰਘ ਸੀ, ਦੂਜੇ ਦਾ ਨਾਮ ਭੰਗਾ ਸਿੰਘ ਸੀ। ਥਨੇਸਰ ਕਹਿੰਦੇ ਨੇ ਕੁਰਸ਼ੇਤਰ ਦੇ ਇਲਾਕੇ। ਇਹ ਉਹੀ ਭਾਗ ਸਿੰਘ ਤੇ ਭੰਗਾ ਸਿੰਘ ਹਨ ਜਿਨ੍ਹਾਂ ਨੇ ਜਿਹੜਾ ਸੀ ਕੁਰਸ਼ੇਤਰ ਨੂੰ ਜਿਹੜਾ ਸੀ ਜਿੱਤਿਆ ਸੀ। ਤੇ ਅੱਜ ਵੀ ਇਹਨਾਂ ਦੀਆਂ ਜੱਦੀ ਪੁਸ਼ਤੀ ਪੀੜ੍ਹੀਆਂ ਜਿਹੜੀਆਂ ਨੇ ਉਹ ਕੁਰਸ਼ੇਤਰ, ਕਰਨਾਲ ਆਦਿ ਇਹਨਾਂ ਥਾਵਾਂ ਦੇ ਉੱਤੇ ਵਸੀਆਂ ਹੋਈਆਂ ਨੇ, ਤੇ ਇਹਨਾਂ ਦੀ ਅੰਸ਼ ਪੰਸ਼ ਜਿਹੜੀ ਹੈ ਕਹਾਉਂਦੀਆਂ ਹਨ। ਤੇ ਬਾਬਾ ਮਿੱਤ ਸਿੰਘ ਜੀ ਦੀ ਵੰਸ਼ ਦੇ ਵਿੱਚੋਂ ਸਨ, ਤੇ ਇਹਨਾਂ ਨੇ ਹੀ ਜਿਹੜਾ ਸੀ ਕੁਰਸ਼ੇਤਰ ਦੇ ਉੱਤੇ ਆਪਣਾ ਰਾਜ ਕਾਇਮ ਜਿਹੜਾ ਸੀ ਕੀਤਾ ਸੀ। ਭਾਗ ਸਿੰਘ ਤੇ ਭੰਗਾ ਸਿੰਘ ਜੀ ਹੁਣਾਂ ਨੇ, ਇਹ ਦੋ ਭਤੀਜੇ ਹਨ ਬਾਬਾ ਮਿੱਤ ਸਿੰਘ ਜੀ ਦੇ। ਤੁਰਕ ਤਾਂ ਭੱਜ ਗਿਆ, ਪਰ ਇੱਥੇ ਇਹਨਾਂ ਦੋਨਾਂ ਭਤੀਜਿਆਂ ਨੇ ਹੋਰ ਸਿੰਘਾਂ ਨੇ ਰਲ ਮਿਲ ਕਰਕੇ ਜਿਹੜੇ ਸਿੰਘਾਂ ਸ਼ਹੀਦ ਹੋ ਚੁੱਕੇ ਸਨ ਉਹਨਾਂ ਦਾ ਅੰਤਮ ਸੰਸਕਾਰ ਜਿਹੜਾ ਹੈ ਕਰਨਾ ਕੀਤਾ ਹੈ ਜੀ। ਪਿਆਰ ਨਾਲ ਆਖੋ ਸਤਨਾਮ ਸ੍ਰੀ, ਫਿਰ ਕਰੋ ਕਿਰਪਾ ਆਖੋ ਸਤਨਾਮ। ਇਸ ਪ੍ਰਕਾਰ ਜਿੱਥੇ ਸ਼ਹੀਦਾਂ ਦੇ ਸੰਸਕਾਰ ਕੀਤੇ ਗਏ ਨਾ, ਉਸ ਨਾਮ ਦਾ ਥਾਂ ਦਾ ਨਾਮ ਪੈ ਗਿਆ ਸ਼ਹੀਦਗੰਜ। ਜਦੋਂ ਤੁਸੀਂ ਅੰਬਾਲੇ ਤੋਂ ਰਾਜਪੁਰੇ ਨੂੰ ਆਓ ਤੇ ਸੱਜੇ ਹੱਥ, ਤੇ ਪੰਜਾਬ ਤੋਂ ਜਦੋਂ ਰਾਜਪੁਰੇ ਨੂੰ ਜਾਓ ਤੇ ਰਾਜਪੁਰੇ ਤੋਂ ਅੱਗੇ ਸ਼ੰਭੂ ਬਾਰਡਰ, ਇਹਦੇ ਲਾਗੇ ਇਹ ਅਸਥਾਨ ਹੈ, ਉਹ ਖੱਬੇ ਹੱਥ ਆਉਂਦਾ ਹੈ ਇੱਧਰੋਂ ਜਾਂਦਿਆਂ। ਇਹ ਉਹ ਅਸਥਾਨ ਹੈ ਜਿੱਥੇ ਸ਼ਹੀਦ ਸਿੰਘਾਂ ਦਾ ਜਿਹੜਾ ਸੀ ਸੰਸਕਾਰ ਕੀਤਾ ਗਿਆ। 1763 ਦੇ ਵਿੱਚ ਇਹ ਵਾਕਿਆ ਵਰਤਦਾ ਹੈ, ਤੇ ਉਹ ਤੋਂ 15-20 ਸਾਲ ਬਾਅਦ 1793 ਦੇ ਵਿੱਚ ਅਬਦਾਲੀ ਦੀਆਂ ਫੌਜਾਂ ਨੇ ਇੱਕ ਵਾਰੀ ਫਿਰ ਜਿਹੜਾ ਪਟਿਆਲੇ ਦੇ ਉੱਤੇ ਨਾ ਬੜਾ ਤਗੜਾ ਹਮਲਾ ਕੀਤਾ ਸੀ। ਤੇ ਉਦੋਂ ਸੀ ਰਾਜਾ ਸਾਹਿਬ ਸਿੰਘ ਉੱਥੋਂ ਦਾ, ਤੇ ਇਹ ਨੌਜਵਾਨ ਗੱਭਰੂ ਸੀ, ਤੇ ਮਾੜੀ ਸੰਗਤ ਮਿਲ ਗਈ, ਨਸ਼ਿਆਂ ਦਾ ਆਦੀ ਹੋ ਗਿਆ, ਤੇ ਰਾਜ ਭਾਗ ਦੇ ਨਾਂ ਦਾ ਹੀ ਰਾਜਾ ਰਹਿ ਗਿਆ, ਰਾਜ ਭਾਗ ਚਲਾਉਣਾ ਨਹੀਂ ਸੀ ਆਉਂਦਾ। ਜਦੋਂ ਤੁਰਕਾਂ ਨੂੰ ਪਤਾ ਲੱਗਾ ਕਿ ਪਟਿਆਲੇ ਦਾ ਰਾਜਾ ਜਿਹੜਾ ਹੈ ਨਾ, ਉਹਦੇ ਵਿੱਚ ਹੁਣ ਜਾਨ ਸਾਹ ਸੱਤ ਨਹੀਂ ਰਿਹਾ ਲੜਨ ਵਾਸਤੇ, ਉਹਨਾਂ ਨੇ ਦਿੱਲੀੋਂ ਹਮਲਾ ਕੀਤਾ। ਤੇ ਜਦੋਂ ਇਹ ਫੌਜ ਜਿਹੜੀ ਹੈ ਤੁਰਕਾਂ ਦੀ ਅੱਗੇ ਨੂੰ ਵਧੀ, ਤੇ ਇਸ ਸਾਹਿਬ ਸਿੰਘ ਦੀ ਇੱਕ ਭੈਣ ਸੀ ਜਿਸ ਦਾ ਨਾਂ ਸੀ ਸਾਹਬ ਕੌਰ, ਤੇ ਇਹਨੇ ਮਰਦਾਨੇ ਕੱਪੜੇ ਪਾਏ, ਹੱਥ ਦੇ ਵਿੱਚ ਫੜੀ ਤਲਵਾਰ, ਤੇ ਇਹ ਆ ਗਈ ਹੈ ਅਦੀਬ ਅਲੀ ਮਾਜਰਾ
ਤੇ ਫਿਰ ਇਹਦੇ ਨਾਲ ਇੱਕ ਪਿੰਡ ਵੱਜਦਾ ਹੈ ਮਰਦਾਪੁਰ। ਇਸ ਪਿੰਡ ਦੇ ਲਾਗੇ ਆ ਕੇ ਇਹਨੇ ਜਿਹੜਾ ਹੈ ਉਹ ਟਿਕਾਣਾ ਕੀਤਾ। ਤੇ ਉਸ ਤੋਂ ਪਹਿਲਾਂ ਜਿਹੜਾ ਇਹ ਗੁਰਦੁਆਰਾ ਸਥਾਪਿਤ ਹੈ ਸ਼ਹੀਦਗੰਜ, ਸ਼ਹੀਦਾਂ ਦੀ ਯਾਦ ਦੇ ਵਿੱਚ, ਇੱਥੇ ਆ ਕਰਕੇ ਇਹਨੇ ਆਪਣੇ ਸਿੱਪੇ ਸਲਾਰਾਂ ਦੇ ਨਾਲ ਗਲ ਦੇ ਵਿੱਚ ਪੱਲਾ ਪਾਇਆ ਤੇ ਕਹਿੰਦੀ ਹੈ, ਹੇ ਸ਼ਹੀਦ ਸਿੰਘੋ ਬਾਬਾ ਮਿੱਤ ਸਿੰਘ ਜੀ, ਇੱਕ ਅਰਦਾਸ ਹੈ, ਇੱਕ ਬੇਨਤੀ ਹੈ, ਇੱਕ ਜੋਦੜੀ ਹੈ। ਅੱਜ ਗਰੀਬਣੀ ਦੀ ਲਾਜ ਜਿਹੜੀ ਹੈ ਤੁਸੀਂ ਰੱਖਣੀ ਹੈ। ਮੈਨੂੰ ਇਸ ਜੰਗ ਦੇ ਵਿੱਚ ਜਿਹੜੀ ਹੈ ਮੁਕਾਬਲਾ ਕਰਨ ਦੀ ਜਿਹੜੀ ਹੈ ਉਹ ਸੁਰਤ ਤੇ ਬੁੱਧ ਜਿਹੜੀ ਹੈ ਤੇ ਬਲ ਜਿਹੜਾ ਹੈ ਤੁਸੀਂ ਬਖਸ਼ੋ। ਮੈਂ ਇਹ ਪ੍ਰਣ ਕਰਦੀ ਹਾਂ ਦੁਸ਼ਮਣ ਨੂੰ ਜਿਹੜਾ ਅੱਗੇ ਨਹੀਂ ਵਧਣ ਦੇਵਾਂਗੀ। ਨਾਲ ਹੀ ਇਹ ਵੀ ਹੈ ਕਿ ਜੇ ਦੁਸ਼ਮਣ ਫਤਿਹ ਪੈ ਗਿਆ ਤੇ ਫਿਰ ਤਾਂ ਤੇਰੇ ਦਰ ਦੇ ਉੱਤੇ ਆ ਕੇ ਫਿਰ ਅਰਦਾਸ ਕਰਾਂਗੀ। ਪਰ ਜੇ ਅੱਜ ਦੁਸ਼ਮਣ ਨੇ ਸਾਡੇ ਉੱਤੇ ਫਤਿਹ ਪਾ ਲਈ ਤੇ ਤੇਰੇ ਇਸ ਕਸਬੇ ਦੀਆਂ ਧੀਆਂ, ਭੈਣਾਂ, ਬੇਟੀਆਂ, ਬਹੂਆਂ ਦੀ ਪੱਤ ਜਿਹੜੀ ਹੈ ਉਹ ਸਲਾਮਤ ਨਹੀਂ ਰਹਿਣੀ। ਉਦੋਂ ਚੜ੍ਹਨ ਲੱਗੀ ਨੇ ਇੱਕ ਬਚਨ ਬੋਲਿਆ ਸੀ ਤੇ ਪ੍ਰੋਫੈਸਰ ਮੋਹਨ ਸਿੰਘ ਉੱਥੇ ਲਿਖਦਾ ਹੈ, ਉਹਨ ਲਿਖਿਆ ਅੰਡੇ ਰਾਓ ਨੂੰ, ਉਹਨ ਲਿਖਿਆ ਅੰਡੇ ਰਾਓ ਨੂੰ, ਮੈਨੂੰ ਕੱਲੀ ਨਾ ਜਾਣੀ, ਮੈਂ ਚੰਡੀ ਹਾਂ ਗੁਰੂ ਗੋਬਿੰਦ ਸਿੰਘ ਦੀ, ਵੈਰੀ ਦਲ ਖਾਣੀ। ਇਹ ਪ੍ਰੋਫੈਸਰ ਮੋਹਨ ਸਿੰਘ ਲਿਖਦੇ ਨੇ ਉਸ ਦੇ ਪਰਥਾਈ ਰਾਣੀ ਸਾਹਿਬ ਕੌਰ ਦੇ। ਫਿਰ ਉਹਨੇ ਬੜਾ ਭਾਰੀ ਜਿਹੜਾ ਹੈ ਮੁਕਾਬਲਾ ਕੀਤਾ ਹੈ ਅਲੀ ਮਾਜਰਾ ਮਰਦਾਪੁਰ ਪਿੰਡ ਦੇ ਲਾਗੇ ਤੇ ਫਤਿਹ ਪ੍ਰਾਪਤ ਕੀਤੀ। ਤੇ ਫਤਿਹ ਪ੍ਰਾਪਤ ਕਰਕੇ ਜਿਹੜੀ ਹੈ ਫਿਰ ਅਰਦਾਸ ਕੀਤੀ ਆ ਕਰਕੇ ਇਸ ਅਸਥਾਨ ਦੇ ਉੱਤੇ। ਤੇ ਉਦੋਂ ਜਿਹੜੇ ਸਨ 262 ਵਿਗੇ ਜ਼ਮੀਨ ਇਸ ਗੁਰਦੁਆਰਾ ਸਾਹਿਬ ਜੀ ਦੇ ਨਾਮ ਲਿਖਾਈ ਸੀ। ਪਰ ਰਾਜਾ ਜਿਹੜਾ ਸੀ ਸਾਹਿਬ ਸਿੰਘ ਉਹ ਅਮਲੀ ਸ਼ਰਾਬੀ ਹੋ ਚੁੱਕਾ ਸੀ। ਉਸਦਾ ਇੱਕ ਜਿਹੜਾ ਸੀ ਵਜ਼ੀਰ ਕਹਿ ਲਈਏ, ਉਹ ਜਿਹੜਾ ਸੀ ਬਾਅਦ ਦੇ ਵਿੱਚ ਇਸ ਅਸਥਾਨ ਦਾ ਜਿਹੜਾ ਸੀ ਮਹੰਤ ਬਣ ਗਿਆ ਤੇ ਉਹਨੇ ਹੌਲੀ ਹੌਲੀ ਕਰਕੇ ਸਾਰੀ ਜ਼ਮੀਨ ਜਿਹੜੀ ਵੇਚ ਦਿੱਤੀ ਤੇ ਖਾ ਗਿਆ। ਹੁਣ ਇਸ ਗੁਰਦੁਆਰਾ ਸਾਹਿਬ ਜੀ ਦੇ ਨਾਮ ਦੇ ਉੱਤੇ ਕੋਈ ਜ਼ਮੀਨ ਤਾਂ ਨਹੀਂ ਹੈਗੀ, ਪਰ ਸਿੱਖ ਸੰਗਤਾਂ ਨੇ ਜਿਹੜਾ ਹੈ ਇੱਥੇ ਗੁਰਦੁਆਰਾ ਬੜਾ ਆਲੀਸ਼ਾਨ ਬਣਾ ਦਿੱਤਾ ਹੈ ਤੇ ਜਿਸ ਦਾ ਪ੍ਰਬੰਧ ਜਿਹੜਾ ਹੈ ਉਹ ਬੁੱਢਾ ਦਲ ਦੇ ਪਾਸ ਹੈ। ਜਿਹੜੇ ਨਿਹੰਗ ਸਿੰਘ ਹੁੰਦੇ ਹਨ ਉਹਨਾਂ ਦੇ ਪਾਸ ਹੈ ਇਸ ਦਾ ਪ੍ਰਬੰਧ ਅੱਜ ਵੀ। ਤੇ ਇਸ ਪ੍ਰਕਾਰ ਇਹ ਉੱਥੇ ਸ਼ਹੀਦਗੰਜ ਗੁਰਦੁਆਰਾ ਜਿਹੜਾ ਹੈ ਬਣਿਆ ਹੈ। ਦਿੱਲੀ ਤੋਂ ਚੱਲੇ ਹਨ ਤੇ ਉੱਥੇ ਲੜਾਈ ਕੀਤੀ ਤੇ ਫਿਰ ਜਿੱਥੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਉੱਥੇ ਤੇ ਸੰਸਕਾਰ ਨਹੀਂ ਹੋਏ। ਸੰਸਕਾਰ ਜਿਹੜੇ ਹੈ ਉਹ ਮਾਲਵੇ ਦੇ ਇਲਾਕੇ ਪਟਿਆਲਾ ਜਿਹੜਾ ਹੈ ਉਹ ਰਿਆਸਤ ਵੱਜਦੀ ਹੈ, ਸ਼ੰਭੂ ਬਾਰਡਰ ਦੇ ਨੇੜੇ ਜਿਹੜਾ ਹੈ ਇਹ ਪਾਵਨ ਪਵਿੱਤਰ ਗੁਰਦੁਆਰਾ ਅੱਜ ਵੀ ਜਿਹੜਾ ਹੈ ਸ਼ਹੀਦਗੰਜ ਮੌਜੂਦ ਹੈ ਜੀ। ਸੋ ਅੱਜ ਵੀ ਇਸੇ ਪ੍ਰਕਾਰ ਉਸ ਸਾਹਿਬ ਕੌਰ ਨੂੰ, ਸਾਹਿਬ ਸਿੰਘ ਦੀ ਭੈਣ ਨੂੰ ਯਾਦ ਕਰਦੇ ਹਾਂ। ਜਿਹੜਾ ਵੀ ਸਿੱਖ ਸ਼ਰਧਾ, ਭਾਵਨਾ, ਪ੍ਰੇਮ ਸਹਿਤ ਜਾ ਕਰਕੇ ਉੱਥੇ ਮੱਥਾ ਟੇਕਦਾ ਹੈ, ਅਰਦਾਸ ਕਰਾਉਂਦਾ ਹੈ, ਕੋਈ ਮੰਗ ਜਿਹੜੀ ਹੈ ਉਹ ਮੰਗਦਾ ਹੈ। ਉਹ ਜਿਹੜੇ ਆਂਦੇ ਹਨ ਰਤਨ ਸਿੰਘ ਜੀ ਭੰਗੂ, ਉਹ ਅੱਜ ਵੀ ਉੱਥੇ ਮੰਗਾਂ ਪੂਰੀਆਂ ਹੁੰਦੀਆਂ ਨੇ। ਅੱਜ ਵੀ ਉਹਨਾਂ ਦੀਆਂ ਸੁੱਖੀਆਂ ਹੋਈਆਂ ਅਰਦਾਸਾਂ ਜਿਹੜੀਆਂ ਨੇ ਬਾਬਾ ਮਿੱਤ ਸਿੰਘ ਜੀ ਝੋਲੀਆਂ ਜਿਹੜੇ ਨੇ ਉਹ ਭਰਦੇ ਨੇ। ਪਿਆਰ ਨਾਲ ਸਤਨਾਮ ਸ੍ਰੀ ਵਾਹਿਗੁਰੂ। ਕਿਉਂਕਿ ਬਾਣੀ ਨੇ ਨਾ ਬਹੁਤ ਕੁਝ ਦਿੱਤਾ ਹੈ ਸਾਨੂੰ। ਆਪਾਂ ਰੋਜ਼ ਇੱਕ ਪਾਵਨ ਬਚਨ ਪੜ੍ਹਦੇ ਹਾਂ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ, ਰਾਮ ਰਾਜੇ ਗੁਰਸਿੱਖੀ ਸੋ ਥਾਨ ਭਾਲਿਆ, ਲੈ ਧੂਲ ਮੁਖ ਲਾਵਾ, ਗੁਰਸਿੱਖਾਂ ਕੀ ਕਾਲ ਥਾਏ ਪਈ, ਜਿਨ ਹਰ ਨਾਮ ਤੇ ਆਵਾ, ਜਿਨ ਨਾਨਕ ਸਤਿਗੁਰੂ ਪੂਜਿਆ। ਇਹ ਨਾਨਕ ਜਿਨੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਪੂਜ ਲਿਆ ਹੈ, ਜਿਨ ਨਾਨਕ ਸਤਿਗੁਰੂ ਪੂਜਿਆ, ਤਿਨ ਹਰਿ ਪੂਜ ਕਰਾਇਆ। ਜਿਹਨੇ ਗੁਰੂ ਨਾਨਕ ਦੇ ਘਰ ਨੂੰ ਪੂਜਿਆ ਹੈ ਨਾ, ਉਹਦੀ ਪੂਜਾ ਗੁਰੂ ਨਾਨਕ ਨੇ ਫਿਰ ਲੁਕਾਈ ਕਿਉਂ ਕਰਾਈ। ਬਾਬਾ ਮਿੱਤ ਸਿੰਘ ਗੁਰੂ ਨਾਨਕ ਦੇ ਘਰ ਦਾ ਪੁਜਾਰੀ ਹੈ। ਬਾਬਾ ਮਿੱਤ ਸਿੰਘ ਗੁਰੂ ਨਾਨਕ ਦੇ ਘਰ ਦਾ ਜਿਹੜਾ ਪਿਆਰਾ ਹੈ, ਗੁਰਸਿੱਖ ਹੈ, ਉਹਨੇ ਆਪਣਾ ਸੀਸ ਤਾਂ ਕੁਰਬਾਨ ਕਰ ਦਿੱਤਾ,
ਪਰ ਹਾਰ ਨਹੀਂ ਮੰਨੀ। ਇਸ ਕਰਕੇ ਜਿਨ ਨਾਨਕ ਸਤਿਗੁਰੂ ਪੂਜਿਆ ਤਿਨ ਹਰ ਪੂਜ ਕਰਾਵਾ। ਉਹਨਾਂ ਦੀ ਪੂਜਾ ਜਿਹੜੀ ਹੈ ਅੱਜ ਵੀ ਲੁਕਾਈ ਜਿਹੜੀ ਹੈ ਕਰ ਰਹੀ ਹੈ। ਸਮਾਂ ਬਣੇ ਇਸ ਸਥਾਨ ਦੇ ਅੰਬਾਲੇ ਦਿੱਲੀ ਨੂੰ ਜਾਂਦਿਆਂ ਰਾਜਪੁਰਾ ਸ਼ੰਭੂਗੜ੍ਹ ਦੇ ਨੇੜੇ ਹੈ। ਉਹ ਅਸਥਾਨ ਦੇ ਦਰਸ਼ਨ ਜ਼ਰੂਰ ਕਰਕੇ ਜਾਣੇ, ਕਿਉਂਕਿ ਇਹ ਸ਼ਹੀਦਾਂ ਦਾ ਇਤਿਹਾਸ ਆਪਾਂ ਸੁਣ ਰਹੇ ਹਾਂ। ਤੇ ਜਦੋਂ ਨਵਾਂ ਇਤਿਹਾਸ ਝੋਲੀ ਦੇ ਵਿੱਚ ਪੈਂਦਾ ਹੈ ਤੇ ਮਨ ਗਦਗਦ ਹੁੰਦਾ ਹੈ ਕਿ ਸਾਡੇ ਸ਼ਹੀਦ ਇੱਥੇ ਜਿਹੜਾ ਖੂਨ ਡੁੱਲਿਆ ਹੈ। ਤੇ ਇਹਨਾਂ ਸ਼ਹੀਦਾਂ ਦੇ ਦਰਸ਼ਨ ਕਰਨੇ ਵੀ ਜਿਹੜੇ ਹਨ, ਫਿਰ ਮਨ ਆਪ ਹੀ ਚਾਓ ਉਛਾਲਾ ਜਿਹੜਾ ਹੈ ਉਹ ਮੰਗ ਜਿਹੜੀ ਹੈ ਝੋਲੀ ਵਿੱਚ ਭਰਦਾ ਹੈ ਜੀ। ਸਾਲ 18 ਸਹਿਬ ਉੱਪਰ 23 ਸਾਲ। ਇਸ ਤਰ੍ਹਾਂ 1723 ਜਿਹੜੀ ਹੈ ਉਹ ਬੰਦੇ ਹਨ। ਉਸ ਸਮੇਂ ਇਹ ਭਾਣਾ ਜਿਹੜਾ ਸੀ ਵਰਤਿਆ ਹੈ ਜੀ। ਸਿੰਘ ਸ਼ਹੀਦੀ ਇੰਗ ਲਈ ਸੋ ਲੜਿਓ ਜਹਾਨ ਖਾਂ ਨਾਲ। ਪਿਆਰ ਨਾਲ ਆਖੋ ਸਤਨਾਮ ਸ੍ਰੀ। ਇਸ ਪ੍ਰਕਾਰ ਬਾਬਾ ਨਿੱਤ ਸਿੰਘ ਜੀ ਹੁਣਾਂ ਨੇ ਸ਼ਹੀਦੀ ਦਾ ਜਾਮ ਕੀਤਾ, ਜਿਨ੍ਹਾਂ ਦਾ ਯੁੱਧ ਜਿਹੜਾ ਸੀ ਜਹਾਨ ਖਾਨ ਦੇ ਨਾਲ ਵੀ ਉਸ ਸਮੇਂ ਹੋਇਆ ਸੀ। ਇਹ ਕਵੀ ਰਤਨ ਸਿੰਘ ਜੀ ਕਹਿ ਰਹੇ ਨੇ ਕਿ ਉਹਨਾਂ ਦੀ ਤੁਸੀਂ ਪਿਆਰੀ ਇਹ ਗਾਥਾ ਬਾਬਾ ਨਿੱਤ ਸਿੰਘ ਜੀ ਜਿਹੜੇ ਹਨ ਉਹ ਕਿੱਦਾਂ ਸ਼ਹੀਦ ਹੋਏ। ਇੱਕ ਪਿਆਰਾ ਸਾਖੀ ਜਿਹੜੀ ਹੈ ਤੁਸੀਂ ਸੁਣੀ ਹੈ ਜੀ। ਸਾਖੀ ਵੀਰ ਮਨੁਐ ਸੁਣੋ ਮੂਏ ਦਿਸਦਾਰੇ। ਇਹ ਗੁਰੂ ਕੀ ਸੰਗਤ ਜੀ, ਤੁਸੀਂ ਹੁਣ ਪਿਆਰ ਦੇ ਨਾਲ ਕਵੀ ਰਾਜ ਕਵੀ ਰਤਨ ਸਿੰਘ ਜੀ ਭੰਗੂ ਕਹਿੰਦੇ ਪਏ ਨੇ ਮੀਰ ਮਨੂੰ ਤੁਸੀਂ ਸੁਣਿਆ ਹੈ। ਹੁਣ ਮੀਰ ਮਨੂੰ ਦਾ ਵੀ ਵਾਕਿਆ ਸੁਣੋ, ਉਹਦੀ ਇਹ ਗਾਥਾ ਸੁਣੋ। ਬੜਾ ਦੁਸ਼ਟ ਸੀ, ਬੜਾ ਪਾਪੀ ਸੀ, ਪਰ ਇਹਦੀ ਮੌਤ ਕਿੱਦਾਂ ਹੋਈ ਉਹ ਪ੍ਰਸੰਗ ਜਿਹੜਾ ਹੈ ਸੁਣਨਾ ਕਰੋ ਜੀ।